ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ वन रैंक वन पेंशन ਦੇ ਮੁੱਦੇ ਦੀ। वन रैंक वन पेंशन ਦੇ ਮੁੱਦੇ ਤੇ ਖੁਦਕੁਸ਼ੀ ਕਰਨ ਵਾਲੇ ਭਿਵਾਨੀ ਦੇ ਸਾਬਕਾ ਫੌਜੀ ਰਾਮਕਿਸ਼ਨ ਗਰੇਵਾਲ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਰਾਮਕਿਸ਼ਨ ਗਰੇਵਾਲ ਦੇ ਅੰਤਮ ਸੰਸਕਾਰ 'ਚ ਵੱਡੀ ਗਿਣਤੀ 'ਚ ਸਿਆਸਤਦਾਨ ਵੀ ਪਹੁੰਚੇ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਭਿਵਾਨੀ ਦੇ ਬਾਮਲਾ ਪਿੰਡ ਪਹੁੰਚੇ। OROP ਨੂੰ ਸਹੀ ਮਾਇਨਾ ਵਿੱਚ ਲਾਗੂ ਕਰਾਉਣ ਦੀ ਮੰਗ ਨੂੰ ਲੈ ਕੇ ਖੁਦਕੁਸ਼ੀ ਕਰਨ ਵਾਲੇ ਭਿਵਾਨੀ ਦੇ ਸਾਬਕਾ ਫੌਜੀ ਰਾਮਕਿਸ਼ਨ ਗਰੇਵਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਸਿਆਸਤਦਾਨ ਸੋਗ ਵਿੱਚ ਡੁੱਬੇ ਪਰਿਵਾਰ ਨੂੰ ਧਰਵਾਸਾ ਦੇਣ ਦੇ ਲਈ ਬਾਮਲਾ ਪਿੰਡ ਪਹੁੰਚੇ। ਰਾਮਕਿਸ਼ਨ ਗਰੇਵਾਲ ਦੇ ਪੁੱਤਰ ਦਾ ਇਲਜ਼ਾਮ ਹੈ ਕਿ ਦਿੱਲੀ ਪੁਲਿਸ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਅਤੇ ਸ਼ਾਮ ਨੂੰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹੀ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਨੂੰ ਭਿਜਵਾ ਦਿੱਤਾ। ਉੱਥੇ ਦਿੱਲੀ ਸਰਕਾਰ ਨੇ ਰਾਮਕਿਸ਼ਨ ਗਰੇਵਾਲ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ 1 ਕਰੋੜ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ ਹੈ। तो दिल्ली पुलिस ने हमारे साथ प्रदर्शन करते हुए हमें लात घुसे मारे और हमें थाने में ले गई। पोस्टमार्टम बोले कि हम सुबह चलेंगे 4 बजे और उन्होंने अपना पल्ला झाड़ दिया। पोस्टमार्टम मैंने शाम को ही कर दिया 9-10 बजे और उसके तुरंत और वहाँ से रवानगी कर दी। हम उन्हें शहीद मानते हैं। दिल्ली सरकार उन्हें शहीद का दर्जा देगी और जैसे दिल्ली सरकार की पॉलिसी है 1 करोड़ रुपए की राशि उनके परिवार को सहायता के लिए देगी। ਅਰਵਿੰਦ ਕੇਜਰੀਵਾਲ ਦੇ ਮੁਤਾਬਕ ਰਾਮਕਿਸ਼ਨ ਫੌਜੀ ਨੇ ਦੇਸ਼ ਦੇ ਲਈ ਬਲੀਦਾਨ ਦਿੱਤਾ ਹੈ ਅਤੇ ਉਹਨਾਂ ਦੇ ਅੰਦੋਲਨ ਨੂੰ ਉਹ ਮਿਲ ਕੇ ਅੱਗੇ ਵਧਾਉਣਗੇ। ਕੇਜਰੀਵਾਲ ਨੇ ਕਿਹਾ ਕਿ ਉਹ ਸਰਕਾਰ ਤੋਂ ਫੌਜੀਆਂ ਦਾ ਹੱਕ ਖੋਹ ਕੇ ਲੈਣਗੇ, ਜਦਕਿ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਿਰਫ 1 ਲੱਖ ਲੋਕਾਂ ਨੂੰ OROP ਦਾ ਫਾਇਦਾ ਮਿਲਣਾ ਬਾਕੀ ਹੈ, ਜੋ ਕਿ ਟੈਕਨੀਕਲ ਗਰਾਊਂਡ ਤੇ ਅੜਿਆ ਹੋਇਆ ਹੈ। पूरा देश सैनिकों के लिए लड़ेगा। वन रैंक वन पेंशन सरकार से अब छीन के लेंगे सैनिकों के लिए, सब लोग मिलकर। हाँ, हम राजनीति कर रहे हैं जी। हम सैनिकों को हक दिलाने की राजनीति कर रहे हैं। मोदी सैनिकों के हक छीनने की राजनीति कर रहा है। आपके इंफॉर्मेशन के लिए मैं बोल रहा हूँ कि केवल अभी 1 लाख लोगों को इसका पूरा बेनिफिट मिलना बाकी है और उसमें थोड़ी टेक्निकल पेपर की डिफिकल्टी है। वो सब पूरी अगले 1-2 महीने में हम खत्म करेंगे। ਕਾਂਗਰਸ ਅਤੇ ਆਮ ਆਦਮੀ ਪਾਰਟੀ ਲਗਾਤਾਰ वन रैंक वन ਪੈਨਸ਼ਨ ਦੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਨੇ, ਜਦਕਿ ਸਰਕਾਰ ਦਾ ਕਹਿਣਾ ਹੈ ਕਿ वन रैंक वन ਪੈਨਸ਼ਨ ਦੇ ਲਈ 10,000 ਕਰੋੜ ਰੁਪਏ ਮੰਗ ਦਿੱਤੇ ਗਏ ਨੇ, ਜਿਸ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਮਹਿੰਦਰ ਸਿੰਘ ਦੇ ਨਾਲ ਨਵੀਨ ਸ਼ਰਮਾ, ਜ਼ੀ ਮੀਡੀਆ, ਭਿਵਾਨੀ। ਤੇ ਸਾਬਕਾ ਫੌਜੀ ਰਾਮਕ੍ਰਿਸ਼ਨ ਜਿਨ੍ਹਾਂ ਨੇ वन रैंक वन पेंशन ਦੇ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਖੁਦਕੁਸ਼ੀ ਕਰ ਲਈ ਸੀ, ਉਸ ਤੇ ਕੱਲ ਦਿਨ ਭਰ ਹੰਗਾਮਾ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਜੋ ਹੈ ਹੁਣ ਅੱਜ ਅੰਤਮ ਸੰਸਕਾਰ ਕਰ ਦਿੱਤਾ ਗਿਆ, ਆਖਰੀ ਵਿਦਾਈ ਦਿੱਤੀ ਗਈ। ਤਾਂ ਕਈ ਸਿਆਸਤਦਾਨ ਵੀ ਦੇਖਣ ਨੂੰ ਮਿਲੇ। ਰਾਹੁਲ ਗਾਂਧੀ ਜੋ ਖੁਦ ਉਹਨਾਂ ਦੇ ਪੀੜਤ ਪਰਿਵਾਰ ਨੂੰ ਮਿਲਣ ਕੱਲ ਪਹੁੰਚੇ ਸੀ, ਉਹ ਵੀ ਸੰਸਕਾਰ ਦੇ ਵਿੱਚ ਪਹੁੰਚੇ। ਜੀ ਬਿਲਕੁਲ, ਤੁਸੀਂ ਇਸ ਨੂੰ ਹੰਗਾਮਾ ਜਾਂ ਸਿਆਸੀ ਹੰਗਾਮਾ ਵੀ ਕਹਿ ਸਕਦੇ ਹੋ ਜੋ ਪੂਰਾ ਦਿਨ ਕੱਲ ਹੋਇਆ ਸੀ। ਅੱਜ ਅੰਤਿਮ ਸੰਸਕਾਰ ਕੀਤਾ ਗਿਆ ਰਾਮਕ੍ਰਿਸ਼ਨ ਗਰੇਵਾਲ ਜੀ ਦਾ। ਅੱਗੇ ਵਧਦੇ ਹਾਂ, ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ वन रैंक वन पेंशन ਨੂੰ ਗੱਲ ਉਸਦੀ। जी हाँ, वन रैंक वन पेंशन की मांग को लेकर खुदकुशी करने वाले रामकिशन की मौत से कैप्टन अमरिंदर सिंह ने दुख जाहिर किया। कैप्टन ने रखिया मंत्री मनोहर पर्रिकर नूं भी निशाने ते लिया। उन्होंने कहा कि पर्रिकर रखिया मंत्री लिए योग नहीं ने, उन्होंने अस्तीफा देना चाहिए है। वन रैंक वन ਪੈਨਸ਼ਨ ਦੀ ਮੰਗ ਨੂੰ ਲੈ ਕੇ ਰਾਮਕਿਸ਼ਨ ਗਰੇਵਾਲ ਦੇ ਖੁਦਕੁਸ਼ੀ ਕਰਨ ਅਤੇ ਰਾਹੁਲ ਗਾਂਧੀ ਨੂੰ ਹਿਰਾਸਤ 'ਚ ਲੈਣ ਦੇ ਮੁੱਦਿਆਂ ਤੇ ਪੰਜਾਬ ਕਾਂਗਰਸ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ 'ਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪਾਰਟੀ ਪੂਰੇ ਸੂਬੇ ਵਿੱਚ ਧਰਨੇ ਪ੍ਰਦਰਸ਼ਨ ਕਰੇਗੀ। On this issue of this ill treatment of that Subedar Garewal's family and on the case of the arrest of our detaining of our vice president in the whole of Punjab, in the entire districts, we are going to have dharnas, which will be, people will appraise people of what is going on there, and we, the senior leadership of the Congress party, will take time with the governor and we will submit a memorandum to him. ਕੈਪਟਨ ਅਮਰਿੰਦਰ ਸਿੰਘ ਨੇ वन रैंक वन ਪੈਨਸ਼ਨ ਦੇ ਮੁੱਦੇ ਤੇ ਦੇਸ਼ ਦੇ ਰੱਖਿਆ ਮੰਤਰੀ ਨੂੰ ਵੀ ਨਿਸ਼ਾਨੇ ਤੇ ਲਿਆ, ਜਿਸ 'ਚ ਉਹਨਾਂ ਨੇ ਕਿਹਾ ਕਿ ਮਨੋਹਰ पर्रिकर ਨੂੰ ਫੌਜੀਆਂ ਨਾਲ ਜੁੜੇ ਮਸਲਿਆਂ ਦੀ ਸਮਝ ਨਹੀਂ ਹੈ ਅਤੇ ਉਹਨਾਂ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। Now this is an unfortunate thing that is happening
and this is going to hot up. And I have already said so, that if the government does not act, this can also lead to a total demoralization of our forces, which we do not want to have. I have been from the forces. I know we are a disciplined body. We don't do anything, but that doesn't mean it doesn't hurt us. Incompetent. I have told Prime Minister, remove him. He can't handle anything. He doesn't understand the ethos of the services. ਉੱਥੇ ਕਿਸੇ ਨੂੰ ਲਿਆਓ ਜਿਹੜਾ ਪੰਜਾਬ ਦੀ ਜਿਹੜਾ ਫੌਜੀਆਂ ਦਾ ਦੇ ਅੰਡਰਸਟੈਂਡਿੰਗ ਕਰੇ. You have got people. Put somebody there who can understand. ਬੁੱਧਵਾਰ ਨੂੰ ਰਾਮਕਿਸ਼ਨ ਗਰੇਵਾਲ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ, ਭਾਵੇਂ ਕਿ ਉਹਨਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ। ਪਰ ਇਸ ਵਿਚਾਲੇ ਪੰਜਾਬ ਕਾਂਗਰਸ ਨੂੰ ਸਰਕਾਰ ਨੂੰ ਘੇਰਨ ਦਾ ਮੁੱਦਾ ਤਾਂ ਮਿਲ ਹੀ ਗਿਆ ਹੈ। ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ। ਤਾਂ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਜ਼ਰੂਰ ਸੁਰਖੀਆਂ ਦੇ ਵਿੱਚ ਹੈ ਤੇ ਸਿਆਸਤ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ, ਤੇ ਹੁਣ ਅੱਗੇ ਵਧਦੇ ਆ, ਗੱਲ ਕਰਦੇ ਆ ਆਸਟ੍ਰੇਲੀਆ 'ਚ ਕਤਲ ਕੀਤੇ ਗਏ ਨੌਜਵਾਨ ਦੀ। ਆਸਟ੍ਰੇਲੀਆ ਦੇ ਵਿੱਚ ਕਤਲ ਕੀਤੇ ਗਏ ਭਾਰਤੀ ਮਨਮੀਤ ਅਲੀ ਸ਼ੇਰ ਦੀ ਮ੍ਰਿਤਕ ਦੇਹ ਦਿੱਲੀ ਪਹੁੰਚੀ। ਵੱਡੀ ਗਿਣਤੀ 'ਚ ਮਨਮੀਤ ਦੇ ਪਰਿਵਾਰ ਵਾਲੇ ਤੇ ਚਾਹਣ ਵਾਲੇ ਉਸ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਭਾਵੁਕ ਹੋ ਗਏ। ਤੁਹਾਨੂੰ ਦੱਸ ਦਈਏ ਕਿ ਮਨਮੀਤ ਅਲੀ ਸ਼ੇਰ ਆਸਟ੍ਰੇਲੀਆ 'ਚ ਬੱਸ ਡਰਾਈਵਰ ਸੀ ਤੇ ਇੱਕ ਸ਼ਖਸ ਵੱਲੋਂ ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀ। ਮੌਤ ਹੋਈ ਸੀ ਮਨਮੀਤ ਅਲੀ ਸ਼ੇਰ ਦੀ। ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਆਸਟ੍ਰੇਲੀਆਈ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸਨ ਮਨਮੀਤ ਅਲੀ ਸ਼ੇਰ ਤੇ ਤਕਰੀਬਨ 9 ਸਾਲ ਤੋਂ ਉੱਥੇ ਰਹਿ ਰਹੇ ਸੀ। देखो मैं समझदा ये बहुत ही दुखदाई गल है भी इन्ना एक नौजवान उद्यमी ते हरमन प्यारा नौजवान जिहड़ा है वो साडे विचों चले गए ते असीं अज आस्ट्रेलिया दी सरकार नूं ते विच साडी हाई कमिश्नर साहिबा उन्हां नाल भी गल हुई है। इहदा जिहड़ा है दोषी ने उन्हां नूं सख्त तो सख्त सज़ा मिले ਅਤੇ ਉਹਦੀ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਹੋਵੇ। ਅਸੀਂ ਉਹਨਾਂ ਤੋਂ ਇਹ ਰਿਕੁਐਸਟ ਕੀਤੀ ਹੈ। ਤਾਂ ਮਨਮੀਤ ਅਲੀ ਸ਼ੇਰ ਦੀ ਮ੍ਰਿਤਕ ਦੇਹ ਹਿੰਦੁਸਤਾਨ ਪਹੁੰਚੀ ਹੈ ਤੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਹੈ। ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਹੋਏਗਾ। ਜਿਵੇਂ ਪੰਜਾਬ ਪੁਲਿਸ ਭਰਤੀ ਦੇ ਐਲਾਨੇ ਗਏ ਨਤੀਜਿਆਂ ਦਾ ਮਾਮਲਾ ਹੁਣ ਅਦਾਲਤ ਦੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ। ਇਸ ਮਾਮਲੇ ਦੇ ਵਿੱਚ ਤੈਅ ਕੀਤੇ ਗਏ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਪੰਜਾਬ ਪੁਲਿਸ ਦੀ ਭਰਤੀ ਪ੍ਰਕਿਰਿਆ ਦੇ ਨਤੀਜੇ 30 ਅਕਤੂਬਰ ਨੂੰ ਐਲਾਨੇ ਗਏ ਸਨ ਤੇ ਐਲਾਨੇ ਗਏ ਨਤੀਜਿਆਂ 'ਚ ਸ਼ਾਮਲ ਉਮੀਦਵਾਰਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਹੁਣ ਇਹ ਮਸਲਾ ਅਦਾਲਤ ਪਹੁੰਚ ਗਿਆ। ਇਹਨਾਂ ਨਤੀਜਿਆਂ ਦੇ ਇਸ਼ਤਿਹਾਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੁਣੌਤੀ ਦਿੱਤੀ ਗਈ ਹੈ। ਦਰਅਸਲ ਇਸ਼ਤਿਹਾਰਾਂ ਮੁਤਾਬਕ ਮੈਰਿਟ ਪਰਸੈਂਟੇਜ ਨੂੰ ਕੈਪ ਕੀਤਾ ਗਿਆ, ਜਿਸ ਨਾਲ ਉਮੀਦਵਾਰ ਪ੍ਰਭਾਵਿਤ ਹੋਏ ਨੇ। ਕੁਝ ਕੈਂਡੀਡੇਟ ਜ਼ਿਆਦਾ ਅੰਕ ਹੋਣ ਦੇ ਬਾਵਜੂਦ ਸਿਲੈਕਟ नहीं हो सके। 13 नंबर दे दिए तो दैट वाज रॉन्ग, क्योंकि अगर 61% वाले को भी वही नंबर मिलता है और 69 वाले को भी वही मिलता है तो उससे क्या होगा कि दोनों बच्चों में से प्रॉब्लम खड़ी हो जाएगी कि कौन बेटर कॉम्पिटेंट है और उसकी मेरिट का उसको कोई बेनिफिट नहीं मिल रहा। ਪਟੀਸ਼ਨਕਰਤਾ ਦੇ ਵਕੀਲ ਮੁਤਾਬਕ ਇਸ ਦੇ ਨਾਲ 1500 ਕੈਂਡੀਡੇਟ ਦੀ ਚੋਣ ਤੇ ਅਸਰ ਪਿਆ, ਇਸ ਲਈ ਇਸ ਨੂੰ ਦੁਰਸਤ ਕੀਤੇ ਜਾਣ ਦੀ ਜ਼ਰੂਰਤ ਹੈ। इट इज़ नॉट 100% नटशेल, तो मैं ये ज़रूर इतना है कि SC BC जर्नल सारी कैटेगरीज जोड़ें तो अप्रॉक्सीमेटली 1500 से 2000 तो मिनिमम मास पीपल्स इससे इफेक्टेड होंगे जो इस क्राइटेरिया से। ਮਾਮਲੇ ਦੀ ਸੁਣਵਾਈ ਜਲਦ ਹੋਣ ਦੀ ਸੰਭਾਵਨਾ ਹੈ। ਮਾਮਲੇ ਤੇ ਅਦਾਲਤ ਦਾ ਕੀ ਰੁਖ ਰਹਿੰਦਾ ਹੈ, ਇਸ ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਨੇਹਾ ਸਲਾਰੀਆ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ, ਚੰਡੀਗੜ੍ਹ। ਜੇ 30 ਅਕਤੂਬਰ ਨੂੰ ਹੀ ਨਤੀਜੇ ਐਲਾਨੇ ਗਏ ਨੇ ਤੇ ਹੁਣ ਇਹ ਨਤੀਜਿਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਤੇ ਪੂਰਾ ਮਾਮਲਾ ਜੋ ਪਹੁੰਚ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ। ਬਿਲਕੁਲ, ਤੇ ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਦਲਿਤ ਵਰਗ ਨਾਲ ਜੁੜੀ ਹੋਈ ਖਬਰ ਦੀ। ਅਨੁਸੂਚਿਤ ਜਾਤੀ ਵਰਗ ਦੇ ਨਾਲ ਸੰਬੰਧਿਤ ਮਸਲਿਆਂ ਦੇ ਹੱਲ ਦੇ ਲਈ ਹਰ ਸਾਲ ਐਸਸੀ ਕਮਿਸ਼ਨ ਸਾਲਾਨਾ ਬੈਠਕ ਕਰਦਾ ਹੈ, ਜਿਸ ਦੇ ਵਿੱਚ ਕਮਿਸ਼ਨ ਦੇ ਸਰਕਾਰੀ ਮੈਂਬਰ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ। ਪਰ ਇਸ ਵਾਰ ਦੀ ਬੈਠਕ ਦੇ ਵਿੱਚ ਕੋਈ ਵੀ ਸਰਕਾਰੀ ਨੁਮਾਇੰਦਾ ਨਹੀਂ ਪਹੁੰਚਿਆ, ਜਿਸ ਦਾ ਕਮਿਸ਼ਨ ਦੇ ਚੇਅਰਮੈਨ ਨੇ ਸਖਤ ਨੋਟਿਸ ਲਿਆ ਹੈ। ਚੰਡੀਗੜ੍ਹ 'ਚ ਐਸਸੀ ਕਮਿਸ਼ਨ ਦੇ ਦਫ਼ਤਰ 'ਚ ਬੈਠੇ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਨਾਰਾਜ਼। ਦਰਅਸਲ ਕਮਿਸ਼ਨ ਵੱਲੋਂ ਸੂਬੇ 'ਚ ਦਲਿਤਾਂ ਨਾਲ ਜੁੜੇ ਕਈ ਮਸਲਿਆਂ ਨੂੰ ਲੈ ਕੇ ਸਾਲਾਨਾ ਬੈਠਕ ਸੱਦੀ ਗਈ ਸੀ, ਜਿਸ 'ਚ ਪੰਜਾਬ ਪੁਲਿਸ ਦੇ DGP, ਸਥਾਨਕ ਸਰਕਾਰਾਂ ਮਹਿਕਮੇ ਦੇ ਡਾਇਰੈਕਟਰ ਅਤੇ ਡਾਇਰੈਕਟਰ ਵੈਲਫੇਅਰ ਨੂੰ ਸੱਦਾ ਦਿੱਤਾ ਗਿਆ ਸੀ, ਪਰ ਕੋਈ ਵੀ ਸਰਕਾਰੀ ਨੁਮਾਇੰਦਾ ਬੈਠਕ 'ਚ ਨਹੀਂ ਬੋੜਿਆ।
ਜਿਸ ਤੇ ਨਾਰਾਜ਼ਗੀ ਜਤਾਉਂਦੇ ਹੋਏ ਕਮਿਸ਼ਨ ਦੇ ਚੇਅਰਮੈਨ ਨੇ ਸਰਕਾਰ ਨੂੰ ਪੱਤਰ ਲਿਖ ਗੁੱਸਾ ਜ਼ਾਹਰ ਕਰਨ ਦੀ ਗੱਲ ਕੀਤੀ। ਬੜੀ ਹੈਰਾਨਗੀ ਹੋਈ ਵੀ ਸਾਨੂੰ ਉਹ ਸਰਕਾਰੀ ਮੈਂਬਰ ਕੋਈ ਵੀ ਨਹੀਂ ਪੰਜਾਬ ਭਵਨ 'ਚ ਪਹੁੰਚੇ, ਜਿਹਦੇ 'ਤੇ ਅਸੀਂ ਸਾਰਿਆਂ ਨੇ ਮੈਂਬਰਾਂ ਨੇ ਸੋਚਿਆ ਵੀ ਅਸੀਂ ਸਰਕਾਰ ਨੂੰ ਇੱਥੇ ਲਿਖ ਦਾਂਗੇ ਵੀ ਇਹ ਕਮਿਸ਼ਨ 'ਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਵੀ ਉਹ ਉਹਨਾਂ ਨੂੰ ਖੁਦ ਹਾਜ਼ਰ ਹੋਣਾ ਚਾਹੀਦਾ ਸੀ। ਹਾਜ਼ਰ ਹੋ ਕੇ ਤਾਂ ਉਹ ਮੀਟਿੰਗ ਚਲਾਉਂਦੇ ਤੇ ਜ਼ਿਆਦਾ ਵਧੀਆ, ਕਾਹਦੇ ਲੋਕਾਂ ਦੀ ਭਲਾਈ ਤਾਂ ਹੀ ਕਰ ਪਾਵਾਂਗੇ ਜੇ ਉਹ ਹਾਜ਼ਰ ਹੋਣਗੇ। ਕਮਿਸ਼ਨ ਦੇ ਬਾਕੀ ਮੈਂਬਰਾਂ ਨੇ ਵੀ ਇਸ ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਹਨਾਂ ਦੱਸਿਆ ਕਿ ਦਲਿਤਾਂ ਨਾਲ ਸੰਬੰਧਿਤ 16,110 ਮਾਮਲੇ ਕਮਿਸ਼ਨ ਕੋਲ ਆਏ ਸਨ, ਜਿਨ੍ਹਾਂ ਚੋਂ 11,987 ਦਾ ਨਿਪਟਾਰਾ ਕੀਤਾ ਗਿਆ, ਜਦਕਿ 4,123 ਮਾਮਲੇ ਹਾਲੇ ਪੈਂਡਿੰਗ ਨੇ, ਜਿਨ੍ਹਾਂ ਤੇ ਬੈਠਕ ਦੌਰਾਨ ਚਰਚਾ ਕੀਤੀ ਜਾਣੀ ਸੀ। ਅੱਜ ਤੱਕ ਜਿੰਨੇ ਵੀ ਕੇਸ ਆਏ ਆ ਕਮਿਸ਼ਨ ਦੇ ਵਿੱਚ, ਉਹਨਾਂ ਦੀ ਕੁੱਲ ਗਿਣਤੀ ਹੈਗੀ 16,110। ਉਹਨਾਂ ਦੇ ਵਿੱਚੋਂ 11,987 ਜਿਹੜੇ ਆ ਸੋਲਵ ਹੋ ਚੁੱਕੀ ਹੈ, ਤੇ ਜਿਹੜੇ ਬਾਕੀ ਬਚਦੇ ਆ 4,123 ਕੇਸ ਜਿਹੜੇ ਆ ਬਾਕੀ ਬਚਦੇ ਆ, ਉਹਨਾਂ ਤੇ ਵੀ ਜਲਦ ਤੋਂ ਜਲਦ ਜਿਹੜਾ ਕੰਮ ਕੀਤਾ ਜਾਏਗਾ। ਮਾਮਲਾ ਸਰਕਾਰੀ ਅਫਸਰਸ਼ਾਹੀ ਦੀ ਲਾਪਰਵਾਹੀ ਨੂੰ ਬਿਆਨ ਕਰ ਰਿਹਾ ਹੈ। ਕਮਿਸ਼ਨ ਦੇ ਨੁਮਾਇੰਦਿਆਂ ਨੇ ਸਰਕਾਰੀ ਲਾਪਰਵਾਹੀ ਤੇ ਸਖਤ ਰੋਸ ਜ਼ਾਹਰ ਕੀਤਾ ਹੈ। ਨੇਹਾ ਸਲਾਰੀਆ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਸੀ ਮੀਡੀਆ, ਚੰਡੀਗੜ੍ਹ। ਤਾਂ ਦਲਿਤਾਂ ਦੇ ਨਾਲ ਜੁੜੇ ਹੋਏ ਕਈ ਮਾਮਲੇ ਨੇ ਜੋ ਹਲੇ ਵੀ ਪੈਂਡਿੰਗ ਪਏ ਨੇ, ਜਿਨ੍ਹਾਂ ਦਾ ਹੱਲ ਨਹੀਂ ਨਿਕਲਿਆ, ਤੇ ਉਹਨਾਂ ਦੇ ਹੱਲ ਦੇ ਲਈ ਜੋ ਹੈ ਉਹ ਬੈਠਕ ਇੱਕ ਜ਼ਰੀਆ ਚੁਣਿਆ ਜਾਂਦਾ ਹੈ ਸਾਲ ਦੇ ਵਿੱਚ ਇੱਕ ਵਾਰੀ, ਤੇ ਉਸ ਦੇ ਵਿੱਚ ਸਰਕਾਰੀ ਨੁਮਾਇੰਦਗੀ ਦੀ ਜੋ ਮੌਜੂਦਗੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਪਰ ਜਦੋਂ ਨਹੀਂ ਪਹੁੰਚੇ ਤਾਂ ਦਲਿਤਾਂ ਨੂੰ ਤਾਂ ਇਸ ਦਰਮਿਆਨ ਦੁੱਖ ਜ਼ਰੂਰ ਪਹੁੰਚਿਆ, ਪਰ ਚੇਅਰਮੈਨ ਖੁਦ ਵੀ ਕਾਫੀ ਜੋ ਹੈ ਨਾਰਾਜ਼ ਨਜ਼ਰ ਆਏ। ਜੀ ਬਿਲਕੁਲ, ਕਿੰਨੇ ਕੁ ਗੰਭੀਰ ਨੇ ਜੋ ਸਰਕਾਰੀ ਅਦਾਰੇ ਨੇ, ਉਹ ਵੀ ਸਾਫ਼ ਤੌਰ ਤੇ ਇਸ ਮੀਟਿੰਗ ਤੋਂ ਬਾਅਦ ਸਾਹਮਣੇ ਆ ਰਿਹਾ। ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ। ਇੱਕ ਨਿੱਕੀ ਜਿਹੀ ਤਕਰਾਰ ਕਿਸ ਤਰ੍ਹਾਂ ਵੱਡੀ ਲੜਾਈ ਦੇ ਵਿੱਚ ਬਦਲ ਜਾਂਦੀ ਹੈ, ਇਹ ਵੇਖਣ ਨੂੰ ਮਿਲਿਆ ਤਰਨਤਾਰਨ ਦੇ ਵਿੱਚ, ਜਿੱਥੇ ਦੋ ਧਿਰਾਂ ਦੇ ਵਿੱਚ ਪਹਿਲਾਂ ਜਲੇਬੀਆਂ ਨੂੰ ਲੈ ਕੇ ਲੜਾਈ ਹੋਈ, ਫਿਰ ਚੋਰੀ ਦਾ ਇਲਜ਼ਾਮ ਅਤੇ ਉਸ ਤੋਂ ਬਾਅਦ ਕੁੱਟਮਾਰ। ਕੀ ਹੈ ਪੂਰਾ ਮਾਮਲਾ, ਆਓ ਵੇਖਦੇ ਹਾਂ। ਹਸਪਤਾਲ 'ਚ ਜੇਰੇ ਇਲਾਜ ਇਸ ਸ਼ਖਸ ਦਾ ਨਾਮ ਹੈ ਅੰਮ੍ਰਿਤਪਾਲ, ਤੇ ਇਸ ਦਲਿਤ ਨੌਜਵਾਨ ਨੇ ਜੋ ਇਲਜ਼ਾਮ ਲਗਾਏ ਨੇ ਉਹ ਕਾਫੀ ਗੰਭੀਰ ਨੇ। ਅੰਮ੍ਰਿਤਪਾਲ ਮੁਤਾਬਕ ਉਹ ਇਕੱਲਾ ਬੈਠਾ ਸੀ, ਪਰ ਅਚਾਨਕ 3 ਕਾਰ ਤੇ ਸਵਾਰ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ। ਉਸ ਨਾਲ ਕੁੱਟਮਾਰ ਕੀਤੀ ਗਈ, ਗੋਲੀਆਂ ਚਲਾਈਆਂ ਗਈਆਂ। ਇਹ ਨਹੀਂ, ਉਸਦੇ ਕੱਪੜੇ ਵੀ ਪਾੜ ਦਿੱਤੇ ਗਏ। ਪੀੜਤ ਮੁਤਾਬਕ ਪਹਿਲਾਂ ਉਸਦੇ ਭਰਾ ਸਾਹਿਬ ਸਿੰਘ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਕੁੱਟਮਾਰ ਕੀਤੀ ਗਈ ਸੀ, ਤੇ ਹੁਣ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ। 2 ਗੱਡੀਆਂ ਖਲੋਤੀਆਂ ਵਾ, ਤੇ ਪਹਿਲਾਂ ਮਾਰੀ ਰਫਲ ਉਹਨਾਂ ਲਿਆ ਕੇ ਸਿਰ 'ਚ, ਉਦੋਂ ਡਿੱਗ ਗਿਆ ਵਾ, ਭੱਜਾ ਮੁੜ ਕੇ ਉਹਨਾਂ ਫਿਰ ਫੈਲ ਗਈ ਤੇ ਸਿੱਧੇ ਤੇ ਨਹਿਰ 'ਚ ਡਿੱਗ ਗਿਆ ਵਾ। ਨਹਿਰ ਦੇ ਵਿੱਚ ਗੋਲੀਆਂ ਚਲਾਈਆਂ ਨਾ, ਮੁੜ ਕੇ ਤਾਂ ਚੜਿਆ ਦਰ, ਫਿਰ ਪੁਲ ਤੇ ਆਣ ਕੇ ਉਹਨਾਂ ਫੜ ਲਿਆ ਵਾ ਤੇ ਕੁੱਟਮਾਰ ਕੀਤੀ ਆ, ਲੀੜੇ ਲਾ ਕੇ ਪਾੜੇ ਆ ਤੇ ਕੁੱਟਿਆ ਵਾ, ਫਿਰ ਨਹਿਰ 'ਚ ਸੁੱਟਿਆ, ਲੀੜੇ ਲਾ ਕੇ ਸਾਰੇ ਉਹਨਾਂ। ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਪੁਲਿਸ ਮੁਤਾਬਕ ਦੋਵਾਂ ਧਿਰਾਂ 'ਚ ਦੀਵਾਲੀ ਵਾਲੇ ਦਿਨ ਜਲੇਬੀਆਂ ਨੂੰ ਲੈ ਕੇ ਲੜਾਈ ਹੋਈ ਸੀ, ਪਰ ਇਹ ਝਗੜਾ ਇੱਥੇ ਹੀ ਸ਼ਾਂਤ ਨਹੀਂ ਹੋਇਆ ਅਤੇ 1 ਨਵੰਬਰ ਨੂੰ ਫਿਰ ਤੋਂ ਲੜਾਈ ਹੋਈ। ਕੋਈ ਦੀਵਾਲੀ ਵਾਲੇ ਦਿਨ ਇਹਨਾਂ ਦਾ ਕੋਈ ਜਲੇਬੀਆਂ ਵਗੈਰਾ ਲਾਉਣ ਤੋਂ ਮਾਮੂਲੀ ਤਕਰਾਰ ਹੋਇਆ ਸੀਗਾ। ਉਹਦੇ ਵਿੱਚ ਇਹਨਾਂ ਦੇ ਕੋਈ ਗੱਡੀ ਦਾ ਕਿਸੇ ਨੇ ਕੋਈ ਸ਼ੀਸ਼ਾ ਤੋੜ ਦਿੱਤਾ ਸੀਗਾ, ਜੋ ਇਹਨਾਂ ਨੇ ਲਾਂਭਾ ਦਿੱਤਾ, ਤੇ ਕੋਈ ਰਾਜੀਨਾਮਾ ਇਹਨਾਂ ਦਾ ਪੰਚਾਇਤੀ ਤੌਰ ਤੇ ਨਹੀਂ ਸੀ ਹੋਇਆ। ਮਿਤੀ 1 ਤਰੀਕ ਨੂੰ ਇਹਨਾਂ ਦਾ ਫਿਰ ਤਕਰਾਰ ਹੋਇਆ, ਤੇ ਜਿਸ ਤੋਂ ਇਹ ਝਗੜਾ ਵੱਧ ਗਿਆ, ਜਿਸ ਦੇ ਅਸੀਂ ਮੁਕੱਦਮਾ ਨੰਬਰ 165 ਮਦਈ ਦੇ ਬਿਆਨਾਂ ਦੇ ਆਧਾਰ ਤੇ 165/16 ਦਰਜ ਕਰਕੇ ਤਫਤੀਸ਼ ਜਾਰੀ ਹੈ। ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਦਲਿਤਾਂ ਦੀ ਸੁਰੱਖਿਆ ਤੇ ਸਵਾਲ ਚੁੱਕੇ ਨੇ। ਅਟਰੋਸਿਟੀ ਹੋ ਰਹੀਆਂ ਨੇ। ਕੱਲ੍ਹ ਵੀ ਇੱਕ ਵਾਕਿਆਤ ਹੋਇਆ, ਉਸ ਤੋਂ ਪਹਿਲਾਂ ਇੱਕ ਹਫ਼ਤੇ 4 ਵਾਕਿਆਤ ਹੋਏ ਨੇ, ਸੰਗਰੂਰ ਹੋਏ ਨੇ, ਦੇयर ਵਾਜ਼ ਇਨ ਮੁਕਤਸਰ, ਸਾਰੇ ਕਿਤੇ ਜਿਸ ਤਰੀਕੇ ਨਾਲ ਹੋਇਆ, ਦਿਸ ਇਜ਼ ਸਮਥਿੰਗ ਦੈਟ ਪੰਜਾਬ ਦੇ ਵਿੱਚ ਇਹ ਗੱਲਾਂ ਕਦੇ ਨਹੀਂ ਹੋਈਆਂ। ਹੋਰ ਸੂਬਿਆਂ ਦੇ ਅਸੀਂ ਸੁਣਦੇ ਰਹੇ ਹਾਂ। ਇਟਸ ਅ ਗ੍ਰੇਟ ਟ੍ਰੈਜਡੀ ਐਂਡ ਇਹ ਗਵਰਨਮੈਂਟ ਨੂੰ ਡਜ਼ਨਟ ਸੀਮ ਟੂ ਬੀ ਬੋਦਰਡ ਅਬਾਊਟ ਵਾਟ ਥੀਸ ਥਿੰਗਸ ਆਰ ਹੈਪਨਿੰਗ, ਕਿਉਂਕਿ ਅਗਰ ਉਹ ਸਖਤੀ ਕਰਨ ਤੇ ਫਿਰ ਇਹ ਗੱਲਾਂ ਪੰਜਾਬ ਦੇ ਵਿੱਚ ਰੁਕ ਸਕਦੀਆਂ ਨੇ। ਸ਼ਰੇਆਮ ਕੁੱਟਮਾਰ ਹੋਈ, ਗੋਲੀਆਂ ਚਲਾਈਆਂ ਗਈਆਂ, ਪਰ ਇਸ ਮਾਮਲੇ ਤੇ ਅਜੇ ਤੱਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਈ ਸਵਾਲ ਖੜੇ ਕਰ ਰਹੀ ਹੈ। ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਦਾ ਭਰੋਸਾ ਜ਼ਰੂਰ ਦੇ ਰਹੀ ਹੈ। ਤਰਨਤਾਰਨ ਤੋਂ ਮਨੀਸ਼ ਸ਼ਰਮਾ ਦੇ ਨਾਲ ਪ੍ਰੀਤ ਪ੍ਰਿੰਜਾ, ਜ਼ਿਮੀ। ਜਿਹਾਂ ਸੰਜਮ ਕਿਸ ਤਰ੍ਹਾਂ ਦੇ ਨਾਲ ਅਸੀਂ ਸਮਾਜ ਦੇ ਵਿੱਚ ਖੋ ਰਹੇ ਹਾਂ, ਉਸ ਨੂੰ ਇਹ ਬਖੂਬੀ ਬਿਆਨ ਕਰਦੀ ਹੋਈ ਖਬਰ ਸੀ। ਪਰ ਲਾਜ਼ਮੀ ਤੌਰ ਤੇ ਇਸ ਔਰ ਧਿਆਨ ਦੇਣਾ ਹੋਏਗਾ ਕਿ ਪੇਸ਼ੈਂਸ ਹਰ ਥਾਂ ਤੇ ਬਹੁਤ ਜ਼ਰੂਰੀ ਹੁੰਦੇ ਨੇ। ਬਿਲਕੁਲ। ਤੇ ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦੀ। ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀ ਫਾਇਰਿੰਗ 'ਚ ਇੱਕ ਛੋਟੀ ਬੱਚੀ ਨੂੰ ਵੀ ਗੋਲੀ ਲੱਗੀ ਹੈ। ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪੁੰਛ ਦੇ ਮੇਂਢਰ ਦੀ ਰਹਿਣ ਵਾਲੀ 14 ਮਹੀਨੇ ਦੀ ਪਰੀ ਦੀ ਹਾਲਤ ਬੇहद ਗੰਭੀਰ ਹੈ।
ਸ਼ੈੱਲ ਲੱਗਣ ਦੀ ਵਜ੍ਹਾ ਨਾਲ ਉਸ ਦੀ ਆਂਤ ਤੇ 3 ਜਗ੍ਹਾ ਤੇ ਸੁਰਾਖ ਹੋ ਗਏ ਨੇ। ਜੰਮੂ ਦੇ ਇੱਕ ਹਸਪਤਾਲ ਵਿੱਚ 6.5 ਘੰਟੇ ਤੱਕ ਉਸ ਦਾ ਆਪਰੇਸ਼ਨ होया। पेट में शेल लगे थे और उसकी वजह से इंटेस्टाइन में 3 जगह इसके सुराख हुए थे, जो हमने बंद किया और अल्टीमेटली हमें एक पोर्शन इंटेस्टाइन का बाहर निकालना पड़ा ताकि उसकी हीलिंग अच्छी। यही चाहते हैं, सारा देश यही करे कि प्रार्थना करे कि ठीक ठाक हो जाए परी जल्दी। चाहे वो परी है चाहे बाकी, उनकी पूरी देखभाल की जाइए। ये छोटी बच्ची है जिसको अब कोई समझ नहीं है, ये अभी जो ऐसी दुनिया में आई है, तो सरकार की ओर से मेडिकल का पूरा ट्रीटमेंट और जो भी हम संभव है उसके लिए हम कर रहे हैं। ਸਰਜੀਕਲ ਸਟ੍ਰਾਈਕ ਤੋਂ ਬਾਅਦ ਹੁਣ ਤੱਕ ਪਾਕਿਸਤਾਨ ਕਰੀਬ 70 ਵਾਰ ਸੀਜ਼ ਫਾਇਰ ਤੋੜ ਚੁੱਕਾ ਹੈ। ਪਾਕਿਸਤਾਨ ਦੀ ਫਾਇਰਿੰਗ ਵਿੱਚ BSF ਅਤੇ ਸੈਨਾ ਦੇ 10 ਜਵਾਨ ਸ਼ਹੀਦ ਹੋ ਚੁੱਕੇ ਨੇ। ਪਾਕਿਸਤਾਨ ਦੀ ਫਾਇਰਿੰਗ 'ਚ 12 ਆਮ ਲੋਕਾਂ ਦੀ ਵੀ ਮੌਤ ਹੋਈ ਹੈ। ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ। ਪਾਕਿਸਤਾਨ ਦੇ ਵੱਲੋਂ ਸੀਜ਼ ਫਾਇਰ ਦੀ ਉਲੰਘਣਾ ਦਾ ਸ਼ਿਕਾਰ ਜੋ ਹੈ ਹੁਣ ਆਮ ਲੋਕ ਵੀ ਹੋ ਰਹੇ ਨੇ। ਇੱਕ ਮਾਸੂਮ ਨਹੀਂ ਬਲਕਿ ਅਜਿਹੇ ਕਈ ਮਾਸੂਮ ਨੇ ਜੋ ਇਸ ਮੋਰਟਾਰ ਦਾ ਗੋਲੀਆਂ ਦਾ ਸ਼ਿਕਾਰ ਹੋ ਰਹੇ ਨੇ। जी बिल्कुल, जिन्होंने पता भी नहीं है उस मासूम नूं कि आखिर पूरा मसला की है, क्यों ये गोलियां चल रही ने, पर उस गोली का शिकार हुई है। अगे वधदे हां, जम्मू कश्मीर दे नाल ही जुड़ी अगली खबर भी है। जिवें जम्मू कश्मीर दे विच सुरक्षा दस्तिਆਂ ਤੋਂ हथियार खोण वाले दहशतगर्दां ਨੂੰ ਹੁਣ आसानी ਦੇ ਨਾਲ ਫੜਿਆ ਜਾ ਸਕੇਗਾ। ਇਸ ਲਈ ਹਥਿਆਰਾਂ ਦੇ ਨਾਲ ਇਜ਼ਰਾਈਲੀ ਚਿਪ ਲਗਾਈ ਜਾ ਰਹੀ ਹੈ। ਸੁਰੱਖਿਆ ਬਲਾਂ ਦੇ ਹਥਿਆਰ 'ਚ ਹੁਣ ਇਜ਼ਰਾਈਲ 'ਚ ਬਣੀ GPS ਚਿਪ ਲਗਾਈ ਜਾ ਰਹੀ ਹੈ। ਜਾਨੀ ਜੇਕਰ ਦਹਿਸ਼ਤਗਰਦ हथियार खोणगे ਤਾਂ ਉਹਨਾਂ ਦੀ ਲੋਕੇਸ਼ਨ ਦਾ आसानी ਨਾਲ पता लगाया जा सकेगा। सिक्योरिटी के कुछ कदम उठाए थे, तो जिसकी वजह से अगर कोई वेपन को छीनने की कोशिश करता है या छीन के कहीं ले जाता है तो उसको हम ट्रैक कर सकें। बीते कई महीने तो जम्मू कश्मीर के ਵੱਖ-ਵੱਖ इलाकों तो सुरक्षा बलों के हथियार खोण के करीब 12 मामले सामने आए ने। जम्मू कश्मीर के ਵੱਖ-ਵੱਖ इलाकों च होईयां वारदातां च हुण तक करीब 40 हथियार खोए जा चुके हैं। खुफिया सूत्रों मुताबिक करीब 100 स्थानक नौजवान हथियार खोण तो बाद दहशतगर्दी जथेबंदियां शामिल हो चुके हैं। हिजबुल मुजाहिदीन के नवे कमांडर जाकिर मूसा ने भी अपने वीडियो में सुरक्षा बलों के हथियार खो जाने की गल मनी है। न्यूज़ डेस्क रिपोर्ट जी मीडिया। ਤਾਂ ਇਸ ਪੂਰੇ ਮਾਮਲੇ ਦੇ ਵਿੱਚ ਇਹ ਜ਼ਰੂਰ ਸਾਫ਼ ਨਜ਼ਰ ਆ ਰਿਹਾ ਕਿ ਇੱਕ ਤਾਂ ਜ਼ਰੂਰਤ ਪੈ ਰਹੀ ਹੈ ਕਿ ਅਸੀਂ ਹਥਿਆਰਾਂ ਦੇ ਨਾਲ ਚਿਪ ਲਗਾਈਏ, ਪਰ ਦੂਜੇ ਪਾਸੇ ਇੱਕ ਵਧੀਆ ਕਦਮ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਇਹ ਹਾਲ ਹੀ ਦੇ ਵਿੱਚ ਕਈ ਵਾਰਦਾਤਾਂ ਸਾਹਮਣੇ ਆਈਆਂ ਸਨ ਜਦੋਂ ਦਹਿਸ਼ਤਗਰਦਾਂ ਦੇ ਵੱਲੋਂ ਹਥਿਆਰ ਖੋਏ ਗਏ ਸੀ। ਬਿਲਕੁਲ, ਤੇ ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਅਮਰੀਕਾ ਵਿੱਚ ਹੋਣ ਵਾਲੀਆਂ ਚੋਣਾਂ ਦੀ। 8 ਨਵੰਬਰ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਹੋਵੇਗੀ। ਮੁਕਾਬਲਾ ਹਿਲਰੀ ਕਲਿੰਟਨ ਤੇ ਡੋਨਲਡ ਟਰੰਪ ਦੇ ਵਿਚਾਲੇ। ਦੋਵੇਂ ਹੀ ਉਮੀਦਵਾਰਾਂ ਦੀਆਂ ਨਜ਼ਰਾਂ 'ਚ ਭਾਰਤ ਤੇ ਟਿਕੀਆਂ ਹੋਈਆਂ ਨੇ, ਭਾਰਤੀਆਂ ਤੇ ਟਿਕੀਆਂ ਨੇ। ਹਿਲਰੀ ਕਲਿੰਟਨ ਦੇ ਲਈ ਮੰਨੇ ਪ੍ਰਮੰਨੇ ਕਾਰੋਬਾਰੀ ਸੰਤ ਸਿੰਘ ਛਤਵਾਲ ਕੈਂਪੇਨਿੰਗ ਕਰਨ ਲੱਗੇ ਹੋਏ ਨੇ। ਅਮਰੀਕਾ ਵਿੱਚ ਵਾਈਟ ਹਾਊਸ ਦੀ ਲੜਾਈ ਤੇਜ਼ ਹੋ ਚੁੱਕੀ ਹੈ। ਭਾਰਤੀ ਵੋਟਰਾਂ ਨੂੰ ਭਰਮਾਉਣ ਲਈ ਰਾਸ਼ਟਰਪਤੀ ਦੀ ਰੇਸ ਵਿੱਚ ਉਮੀਦਵਾਰ ਡੋਨਲਡ ਟਰੰਪ ਅਤੇ ਹਿਲਰੀ ਕਲਿੰਟਨ ਪੂਰੀ ਵਾਲ ਆ ਰਹੇ ਨੇ। ਹਿਲਰੀ ਕਲਿੰਟਨ ਲਈ ਵੋਟ ਮੰਗਣ ਲਈ ਅਮਰੀਕਾ ਦੇ ਮੰਨੇ ਪ੍ਰਮੰਨੇ ਹੋਟਲੀਅਰ ਸੰਤ ਸਿੰਘ ਛਤਵਾਲ ਅੱਗੇ ਆਏ ਨੇ। ਸੰਤ ਸਿੰਘ ਛਤਵਾਲ ਨੇ ਇੰਡੀਅਨ ਅਮਰੀਕਨ ਫਾਰ ਡੈਮੋਕ੍ਰੇਟਿਕ ਦੇ ਬੈਨਰ ਹੇਠ ਅਮਰੀਕਾ ਵਿੱਚ ਵਸੇ ਭਾਰਤੀਆਂ ਨੂੰ ਕਲਿੰਟਨ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਹੈ। ਛਤਵਾਲ ਨੇ ਕਿਹਾ ਕਿ ਡੈਮੋਕ੍ਰੈਟਿਕ ਹਮੇਸ਼ਾ ਭਾਰਤ ਦੇ ਨਜ਼ਦੀਕ ਰਹੇ ਨੇ। ਉਹਨਾਂ ਕਿਹਾ ਕਿ 23 ਸਾਲ ਬਾਅਦ ਬਿਲ ਕਲਿੰਟਨ ਨੇ ਹੀ ਭਾਰਤ ਵਿੱਚ ਆਉਣ ਦੀ ਪਹਿਲ ਕੀਤੀ ਸੀ, ਜਦਕਿ ਕੋਈ ਰਿਪਬਲਿਕਨ ਰਾਸ਼ਟਰਪਤੀ ਭਾਰਤ ਨਹੀਂ ਆਇਆ ਸੀ। They are the only one maintain the relationship, opening the dialogue with India from 77. After 23 years, no Republican president even took time to visit India. Clintons have opened the door, and after 23 years of gap, and Hillary Clinton especially, she went first lady when Mother Teresa passed away in Calcutta. ਸਿਰਫ ਇੰਨਾ ਹੀ ਨਹੀਂ, ਸੰਤ ਸਿੰਘ ਛਤਵਾਲ ਨੇ ਕਿਹਾ ਕਿ ਹਿਲਰੀ ਕਲਿੰਟਨ ਭਾਰਤ ਦੇ ਸੱਭਿਆਚਾਰ ਨੂੰ ਸਮਝਦੀ ਹੈ ਅਤੇ ਭਾਰਤ ਦੀ ਹਿਲਰੀ ਕਲਿੰਟਨ ਹੀ ਬਿਹਤਰ ਉਮੀਦਵਾਰ ਹੈ। Indian culture, and she loves Indian food. Look at every time she goes having dinner in Bukhara. Every time she goes, she loves Indian culture. She says colorful, holy, all the festival. Look at over here. She's doing over here. Can you believe Indian bhangra, Punjabi bhangra, enjoying. She really loves it. Indian dresses. ਅਮਰੀਕਾ ਵਿੱਚ ਵੱਡੀ ਗਿਣਤੀ 'ਚ ਭਾਰਤੀ ਵੋਟਰ ਨੇ। ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਉਮੀਦਵਾਰ ਹਿਲਰੀ ਕਲਿੰਟਨ ਦੋਵਾਂ ਦੀ ਨਜ਼ਰ ਭਾਰਤੀਆਂ ਤੇ ਹੈ। ਡੋਨਲਡ ਟਰੰਪ ਨੇ ਭਾਰਤੀਆਂ ਨੂੰ ਭਰਮਾਉਣ ਲਈ ਪਿਛਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਅਬ ਕੀ ਬਾਰ ਟਰੰਪ ਸਰਕਾਰ ਦਾ ਨਾਅਰਾ ਦਿੱਤਾ ਸੀ। ਹਾਲਾਂਕਿ ਭਾਰਤੀ ਡੈਮੋਕ੍ਰੈਟਿਕਸ ਦੇ ਨਜ਼ਦੀਕ ਮੰਨੇ ਜਾਂਦੇ ਨੇ, ਪਰ ਜਿਸ ਤਰ੍ਹਾਂ ਨਾਲ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਭਾਰਤੀਆਂ ਨੂੰ ਰਿਝਾਉਣ ਵਿੱਚ ਲੱਗੇ ਨੇ, ਇਸ ਵਾਰ ਭਾਰਤੀਆਂ ਦੇ ਵੋਟ ਵੰਡੇ ਜਾ ਸਕਦੇ ਨੇ। ਨਿਊਜ਼ ਡੈਸਕ ਰਿਪੋਰਟ ਜ਼ੀ ਮੀਡੀਆ।
ਤਾਂ ਅਮਰੀਕਾ ਦੇ ਵਿੱਚ 8 ਨਵੰਬਰ ਨੂੰ ਇਲੈਕਸ਼ਨ ਹੈ, ਸਾਫ਼ ਹੋਵੇਗਾ ਕੌਣ ਜਿੱਤ ਹਾਸਲ ਕਰਦਾ ਹੈ। ਅੱਗੇ ਵਧਦੇ ਤੇ ਹੁਣ ਗੱਲ ਮੌਸਮ ਦੇ ਹਾਲ ਦੀ। ਪੰਜਾਬ, ਹਰਿਆਣਾ, ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਸਮ ਦਾ ਹਾਲ ਕਿਹੋ ਜਿਹਾ ਰਿਹਾ, ਰਿਪੋਰਟ ਵੇਖੋ। ਹਰਿਆਣਾ ਦੇ ਹਿਸਾਰ 'ਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਇਲਾਵਾ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ, ਜਦਕਿ ਗੁਰੂਗ੍ਰਾਮ ਵਿੱਚ ਅੱਜ ਦਾ ਤਾਪਮਾਨ 30 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੀ ਗੱਲ ਕਰੀਏ ਤਾਂ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ। ਉੱਥੇ ਪਟਿਆਲਾ 'ਚ ਵੀ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਵਿੱਚ 30 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿੱਚ 29 ਡਿਗਰੀ ਸੈਲਸੀਅਸ ਪਾਰਾ ਨੋਟ ਕੀਤਾ ਗਿਆ। ਹਿਮਾਚਲ ਦੀ ਗੱਲ ਕਰੀਏ ਤਾਂ ਰਾਜਧਾਨੀ ਸ਼ਿਮਲਾ ਵਿੱਚ 21 ਡਿਗਰੀ ਸੈਲਸੀਅਸ ਅਤੇ ਮਨਾਲੀ ਵਿੱਚ 20 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਉੱਥੇ ਧਰਮਸ਼ਾਲਾ ਵਿੱਚ ਅੱਜ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਉੱਥੇ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿੱਚ ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਰਿਪੋਰਟ ਜ਼ੀ ਮੀਡੀਆ।